केजरीवाल सरकार ਨੂੰ ਪੁੱਛਣਾ ਚਾਹੁੰਦੇ ਆ ਕਿ ਉਹ ਇਹ ਗੱਲ ਸਪਸ਼ਟ ਕਰੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਭੁੱਲਰ ਦੀ ਰਿਹਾਈ ਲਈ 9 ਦਸੰਬਰ 2021 ਤੋਂ ਬਾਅਦ ਹੁਣ ਤੱਕ ਕਿਹੜੀ ਅੜਚਣ ਆ ਜਿਹਦੇ ਤਹਿਤ ਉਹਨਾਂ ਨੇ ਇਹ ਕੇਸ ਜਿਹੜਾ ਫਾਈਲ ਦੇ ਉੱਤੇ ਸਾਈਨ ਨਹੀਂ ਕੀਤਾ ਕਿ 133 ਗਵਾਹਾਂ ਦੇ ਵਿੱਚੋਂ ਜਦੋਂ ਉਹਦੇ ਵਿਰੁੱਧ ਇੱਕ ਵੀ ਗਵਾਹ ਨੇ ਗਵਾਹੀ ਨਹੀਂ ਦਿੱਤੀ ਤੇ ਫਿਰ ਇਹ ਜਿਹੜੀ ਉਹਦੀ ਕਨਫੈਸ਼ਨ ਸਟੇਟਮੈਂਟ ਆ ਉਹ ਸਹੀ ਆ ਜਾਂ ਗਲਤ ਆ ਕਿਉਂਕਿ ਉਹਦੇ ਉੱਤੇ ਅੰਗੂਠਾ ਲੱਗਾ ਵਾ ਉਹ ਟਾਈਪ ਕੀਤੀ ਆ ਤੇ ਪ੍ਰੋਫੈਸਰ ਸਾਹਿਬ ਇੱਕ ਅਨਪੜ੍ਹ ਨਹੀਂ ਸੀ ਕਿ ਜਿਨ੍ਹਾਂ ਦਾ ਅੰਗੂਠਾ ਉਹ ਉੱਥੇ ਅੰਗੂਠਾ ਲਾਉਂਦੇ ਉੱਥੇ ਆਪਣੇ ਸਾਈਨ ਨਾ ਕਰਦੇ। ਇਹ ਨੁਕਤਾ ਵੇਖਣਾ ਚਾਹੀਦਾ ਹੈ। ਇਹ ਨੁਕਤੇ ਨੂੰ ਸੁਪਰੀਮ ਕੋਰਟ ਨੇ ਅੱਖੋਂ ਪਰੋਖੇ ਕੀਤਾ। ਹੁਣ ਫਾਈਲ ਕਿੱਥੇ ਆ? ਉਹ ਕੇਜਰੀਵਾਲ ਦੇ ਕੋਈ ਕਹਿੰਦਾ ਕੇਜਰੀਵਾਲ ਦੇ ਘਰ ਪਈ ਆ। ਚਾਹੇ ਆ ਜਿਹੜਾ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਵਾ ਉਹਨੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਦੱਸਿਆ ਸੀ ਕਿ ਉਹ ਜਿਹੜਾ ਵਾ ਲੈਫਟੀਨੈਂਟ ਗਵਰਨਰ ਦੇ ਪਾਸ ਪਹੁੰਚ ਚੁੱਕੀ ਆ। ਉਹ ਕਿੱਥੇ ਆ? ਸਾਰੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਘਿਰਾਓ ਕਰਾਂਗੇ। ਅੜਚਣ ਜਦੋਂ ਕੋਈ ਹੈ ਹੀ ਨਹੀਂ। ਅਸੀਂ ਤੇ ਕਿਹਾ ਕਿ ਅੜਚਣ ਕੀ ਆ? ਅੜਚਣ ਇੱਕ ਦੇਸ਼ ਭਗਤੀ ਦਾ ਜਨੂਨ ਕਿ ਦੇਸ਼ ਦੀ ਪ੍ਰੋਫੈਸਰ ਭੁੱਲਰ ਜਿਹੜੇ ਨੇ ਉਹ ਦੇਸ਼ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ। ਜੇ ਬਾਹਰ ਆ ਗਏ ਤੇ ਲਾ ਐਂਡ ਆਰਡਰ ਨੂੰ ਖਤਰਾ ਵਾ। ਜਦੋਂ ਕਿ ਉਹ ਪੈਰੋਲ ਦੇ ਉੱਤੇ ਰਿਹਾ ਹੋ ਰਹੇ ਆ, ਹਸਪੀਟਲ ਐਡਮਿਟ ਆ, ਮੈਡੀਕਲ ਰਿਪੋਰਟ ਆ 2000 ਤੇ ਮੇਰਾ ਖਿਆਲ ਆ 10 ਤੋਂ ਉਹ ਮੈਡੀਕਲ ਟ੍ਰੀਟਮੈਂਟ ਦੇ ਅੰਡਰ ਆ। ਉਹ ਜੇਲ੍ਹ ਵਿੱਚ ਹੈ ਹੀ ਨਹੀਂ, ਜੇਲ੍ਹ ਤੋਂ ਬਾਹਰ ਨੇ। ਕਾਹਦਾ ਖਤਰਾ? ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਗਾਤਾਰ ਹੀ ਭਖਦਾ ਜਾ ਰਿਹਾ ਹੈ ਤੇ ਪ੍ਰੋਫੈਸਰ ਦਵਿੰਦਰ ਭੁੱਲਰ ਦੀ ਰਿਹਾਈ ਲਗਭਗ ਤੈਅ ਹੈ, ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਰਿਹਾਈ ਦੀ ਫਾਈਲ ਤੇ ਸਾਈਨ ਨਹੀਂ ਕਰ ਰਹੇ, ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਸਿੱਖ ਜਥੇਬੰਦੀਆਂ ਨੇ ਪ੍ਰੈਸ ਵਾਰਤਾ ਕੀਤੀ ਤੇ ਗੱਲਬਾਤ ਕਰਦਿਆਂ ਇਹ ਚੇਤਾਵਨੀ ਵੀ ਦਿੱਤੀ ਕਿ ਅਗਰ 26 ਜਨਵਰੀ ਤੱਕ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਰਿਹਾਈ ਨਾ ਹੋਈ ਤਾਂ ਆਪ ਪਾਰਟੀ ਦੇ ਉਮੀਦਵਾਰਾਂ ਦਾ ਘਿਰਾਓ ਕੀਤਾ ਜਾਵੇਗਾ। ਹੋਰ ਕੀ ਕਿਹਾ ਸਿੱਖ ਜਥੇਬੰਦੀਆਂ ਨੇ, ਆਓ ਸੁਣ ਲੈਂਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਦਾ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਤੁਰੰਤ ਰਿਹਾਈ ਦਾ ਵਾ। ਬੇਸ਼ੱਕ ਕੇਂਦਰ ਸਰਕਾਰ ਸੰਵਿਧਾਨ ਦੇ ਆਰਟੀਕਲ 72 ਦੇ ਤਹਿਤ ਕੇਜਰੀਵਾਲ ਸਰਕਾਰ ਨੂੰ ਬਾਈਪਾਸ ਕਰਕੇ ਸਿੱਧੀ ਰਿਹਾਈ ਕਰਦੇ ਜਾਂ ਕੇਜਰੀਵਾਲ ਸਰਕਾਰ ਆਰਟੀਕਲ 161 ਦੇ ਤਹਿਤ ਖੁਦ ਆਪ ਜਿਹੜਾ ਰਿਹਾਈ ਦਾ ਐਲਾਨ ਕਰੇ, ਕਿਉਂਕਿ ਇਸ ਸਮੇਂ ਉਹਨਾਂ ਦੀ ਰਿਹਾਈ ਵਿੱਚ ਕੋਈ ਵੀ ਸੰਵਿਧਾਨਕ ਤੇ ਕਾਨੂੰਨੀ ਅੜਚਣ ਬਾਕੀ ਨਹੀਂ ਰਹੀ। ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਉੱਤੇ ਸਤੰਬਰ 2019 ਨੂੰ ਨੋਟੀਫਿਕੇਸ਼ਨ ਜਾਰੀ ਕਰਤਾ ਸੀ 8 ਬੰਦੀਆਂ ਦੀ ਰਿਹਾਈ ਦਾ, ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸੀ। ਉਸ ਨੋਟੀਫਿਕੇਸ਼ਨ ਦੇ ਵਿਰੁੱਧ ਜਿਹੜਾ ਬਿੱਟਾ ਸੀ, ਜਿਹੜਾ ਇਸ ਕੇਸ ਦਾ ਮਦਈ ਆ, ਜਿਹੜਾ ਜ਼ਖਮੀ ਹੋਇਆ ਕਿਹਾ ਜਾਂਦਾ ਵਾ, ਉਹ ਨਵੰਬਰ 2019 ਨੂੰ ਸੁਪਰੀਮ ਕੋਰਟ ਵਿੱਚ ਚਲ ਗਿਆ ਸੀ। ਸੁਪਰੀਮ ਕੋਰਟ ਨੇ ਉਹਦੇ ਉੱਤੇ 9 ਦਸੰਬਰ ਨੂੰ ਸਟੇਟਸ ਕੋ ਕਰ ਦਿੱਤਾ ਤੇ ਜਿਹੜਾ ਸਟੇਟਸ ਕੋ ਆ ਹੁਣ 9 ਦਸੰਬਰ 1921 ਨੂੰ ਜਿਹੜਾ ਵਾ ਉਹਦੀ ਰਿਟ ਜਿਹੜੀ ਆ ਖਾਰਜ ਹੋ ਗਈ ਆ। ਹੁਣ ਕੋਈ ਵੀ ਕਾਨੂੰਨੀ ਤੇ ਸੰਵਿਧਾਨਕ ਅੜਚਣ ਨਹੀਂ। ਅਸੀਂ ਕੇਜਰੀਵਾਲ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਉਹ ਇਹ ਗੱਲ ਸਪਸ਼ਟ ਕਰੇ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਦੀ ਭੁੱਲਰ ਦੀ ਰਿਹਾਈ ਲਈ 9 ਦਸੰਬਰ 2021 ਤੋਂ ਬਾਅਦ ਹੁਣ ਤੱਕ ਕਿਹੜੀ ਅੜਚਣ ਆ ਜਿਹਦੇ ਤਹਿਤ ਉਹਨਾਂ ਨੇ ਇਹ ਕੇਸ ਜਿਹੜਾ ਫਾਈਲ ਦੇ ਉੱਤੇ ਸਾਈਨ ਨਹੀਂ ਕੀਤਾ। ਕਿਉਂਕਿ ਜਿਹੜੀਆਂ ਰਿਪੋਰਟਾਂ ਸੀ, ਸੋਸ਼ਲ ਰਿਪੋਰਟ ਉਹ ਵੀ ਚੱਲ ਗਈ, ਮੈਡੀਕਲ ਰਿਪੋਰਟ ਵੀ ਚੱਲ ਗਈ, ਜੇਲ੍ਹ ਰਿਪੋਰਟ ਵੀ ਚੱਲ ਗਈ, ਪੁਲਿਸ ਰਿਪੋਰਟ ਵੀ ਚੱਲ ਗਈ,
ਸਾਰਿਆਂ ਨੇ ਹੀ ਉਹਦੇ ਵਿੱਚ ਸਿਫਾਰਿਸ਼ ਕੀਤੀ ਆ ਉਹਦੀ ਰਿਹਾਈ ਦੀ। ਜਦੋਂ ਰਿਹਾਈ ਦੀ ਸਿਫਾਰਿਸ਼ ਕਰ ਦਿੱਤੀ ਆ, ਫਿਰ ਕਿਹੜੀ ਕਾਨੂੰਨੀ ਅੜਚਨ ਆ, ਚਾਹੇ ਕੀ ਕਾਰਨ ਆ, ਕੀ ਵੋਟ ਨੀਤੀ ਆ ਉਹਦੇ ਪਿੱਛੇ, ਜਾਂ ਦੇਸ਼ ਭਗਤੀ ਦਾ ਪ੍ਰਗਟਾਵਾ ਕਰਨ ਦਾ ਯਤਨ ਕੀਤਾ ਜਾ ਰਿਹਾ, ਜਾਂ ਸਿੱਖਾਂ ਦੇ ਨਾਲ ਵੈਰ ਭਾਵਨਾ ਈਰਖਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ, ਜਾਂ ਸਿੱਖਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਕਿ ਇਹ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ, ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਿਹੜਾ ਇੱਕ ਟੈਰੋਰਿਸਟ ਹੀ ਅਜੇ ਤੱਕ ਮੰਨਿਆ ਜਾ ਰਿਹਾ। ਇਹ ਗੱਲਾਂ ਸਾਰੀਆਂ ਉਹ ਸਪਸ਼ਟ ਕਰੇ। ਤੇ ਨਾਲ ਹੀ ਮੋਦੀ ਸਰਕਾਰ ਨੂੰ ਵੀ ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ 2019 ਦੇ ਨੋਟੀਫਿਕੇਸ਼ਨ ਦੇ ਵਿੱਚ ਤੁਸੀਂ ਖੁਦ ਪ੍ਰੋਫੈਸਰ ਸਾਹਿਬ ਦੀ ਰਿਹਾਈ ਦਾ ਐਲਾਨ ਕਰ ਦਿੱਤਾ ਸੀ, ਤੇ ਫਿਰ ਤੁਸੀਂ ਸੰਵਿਧਾਨ ਦੇ ਆਰਟੀਕਲ 72 ਦੇ ਤਹਿਤ ਜੇ ਕੇਜਰੀਵਾਲ ਸਰਕਾਰ ਡਿਲੇ ਕਰ ਰਿਹਾ ਤੇ ਤੁਸੀਂ ਉਹਨੂੰ ਬਾਈਪਾਸ ਕਰਕੇ ਤੇ ਇਹ ਕਿਉਂ ਨਹੀਂ ਕਰ ਰਹੇ ਰਿਹਾਈ ਜਿਹੜੀ ਆ? ਕਿਉਂਕਿ ਪ੍ਰੋਫੈਸਰ ਸਾਹਿਬ ਜਿਹੜਾ ਵਾ ਉਹ 1994 ਤੋਂ ਜੇਲ੍ਹ ਦੇ ਵਿੱਚ ਬੰਦ ਆ। ਤੇ ਇਹ ਨਾਲ ਹੀ ਮੈਂ ਇਹ ਗੱਲ ਇੱਥੇ ਸਪਸ਼ਟ ਕਰਨਾ ਚਾਹੁੰਦਾ ਪ੍ਰੈਸ ਦੇ ਰਾਹੀਂ ਪੂਰੇ ਸਿੱਖ ਜਗਤ ਨੂੰ, ਖਾਸ ਕਰਕੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰਾਂ ਨੂੰ, ਕਿ ਇੱਕ ਤੇ ਕੇਸ ਹੁੰਦਾ ਰੇਅਰ ਟੂ ਰੇਅਰੈਸਟ ਜਿਹਦੇ ਵਿੱਚ ਅਦਾਲਤ ਫਾਂਸੀ ਦੀ ਸਜ਼ਾ ਸੁਣਾਉਂਦੀ ਆ, ਪਰ ਇਹ ਦੂਜੇ ਨੁਕਤੇ ਦੇ ਨਾਲ ਰੇਅਰ ਟੂ ਰੇਅਰੈਸਟ ਕੇਸ ਆ ਕਿਉਂਕਿ ਇਹਦੇ ਵਿੱਚ ਸਰਕਾਰ ਦੇ ਤਿੰਨਾਂ ਹੀ ਅੰਗਾਂ ਨੇ, ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ ਨੇ ਕਾਨੂੰਨ ਦੀ ਉਲੰਘਣਾ ਕਰਕੇ, ਕਾਨੂੰਨ ਦਾ ਵਿਰੋਧ ਕਰਕੇ ਇੱਕ ਫੈਸਲਾ ਸੁਣਾਇਆ ਵਾ, ਸਾਰੀ ਕਾਰਵਾਈ ਕੀਤੀ ਆ। ਉਹਦੇ ਬਾਰੇ ਮੈਂ ਸਪਸ਼ਟ ਕਰਦਿਆਂ ਕਿਵੇਂ ਪ੍ਰੋਫੈਸਰ ਸਾਹਿਬ ਨੂੰ ਡਿਪੋਰਟ ਕੀਤਾ ਗਿਆ ਸੀ, ਜਰਮਨ ਸਰਕਾਰ ਨੇ ਕੀਤਾ ਸੀ। ਉੱਥੇ ਜਿਹੜਾ ਵੀ ਮੁਲਕ ਕਿਸੇ ਨੂੰ ਡਿਪੋਰਟ ਕਰਦਾ, ਜਿਹੜੀ ਸਜ਼ਾ ਉਸ ਮੁਲਕ ਦੇ ਵਿੱਚ ਨਹੀਂ, ਉਹ ਜਿੱਥੇ ਉਹਨੂੰ ਭੇਜਿਆ ਜਾਂਦਾ ਉੱਥੇ ਉਹ ਸਜ਼ਾ ਨਹੀਂ ਸੁਣਾਈ ਜਾਂਦੀ। ਪਰ ਇੱਥੇ ਟਾਡਾ ਐਕਟ ਦੇ ਤਹਿਤ ਇੱਕ ਜਿਹੜੀ ਫੇਕ ਜਿਹੜੀ ਉਹਦੀ ਡਿਸਕਲੋਜ਼ਰ ਸਟੇਟਮੈਂਟ ਸੀ, ਕਨਫੈਸ਼ਨ ਸਟੇਟਮੈਂਟ, ਡਿਸਕਲੋਜ਼ਰ ਨਹੀਂ ਕਨਫੈਸ਼ਨ ਸਟੇਟਮੈਂਟ, ਜਿਹਦੇ ਉੱਤੇ ਉਹਦਾ ਅੰਗੂਠਾ ਲੱਗਾ ਵਾ ਪ੍ਰੋਫੈਸਰ ਸਾਹਿਬ ਦਾ। ਹੁਣ ਇਹ ਨੁਕਤਾ ਵੇਖਣਾ ਚਾਹੀਦਾ ਸੀ। ਬੇਸ਼ੱਕ ਜਿਹੜੀ ਡੈਜ਼ਿਗਨੇਟਡ ਕੋਰਟ ਸੀ, ਸਪੈਸ਼ਲ ਟਾਡਾ ਕੋਰਟ ਸੀ, ਉਹਨੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। ਅੱਗੇ ਸੁਪਰੀਮ ਕੋਰਟ ਨੇ ਇਹ ਨੁਕਤਾ ਵੇਖਣਾ ਹੀ ਕਿ 133 ਗਵਾਹਾਂ ਦੇ ਵਿੱਚੋਂ ਜਦੋਂ ਉਹਦੇ ਵਿਰੁੱਧ ਇੱਕ ਵੀ ਗਵਾਹ ਨੇ ਗਵਾਹੀ ਨਹੀਂ ਦਿੱਤੀ, ਤੇ ਫਿਰ ਇਹ ਜਿਹੜੀ ਉਹਦੀ ਕਨਫੈਸ਼ਨ ਸਟੇਟਮੈਂਟ ਆ ਉਹ ਸਹੀ ਆ ਜਾਂ ਗਲਤ ਆ, ਕਿਉਂਕਿ ਉਹਦੇ ਉੱਤੇ ਅੰਗੂਠਾ ਲੱਗਾ ਵਾ, ਉਹ ਟਾਈਪ ਕੀਤੀ ਆ। ਤੇ ਪ੍ਰੋਫੈਸਰ ਸਾਹਿਬ ਇੱਕ ਅਨਪੜ੍ਹ ਨਹੀਂ ਸੀ ਕਿ ਜਿਨ੍ਹਾਂ ਦਾ ਅੰਗੂਠਾ ਉਹ ਉੱਥੇ ਅੰਗੂਠਾ ਲਾਉਂਦੇ, ਉੱਥੇ ਆਪਣੇ ਸਾਈਨ ਨਾ ਕਰਦੇ। ਇਹ ਨੁਕਤਾ ਵੇਖਣਾ ਚਾਹੀਦਾ ਹੈ। ਇਹ ਨੁਕਤੇ ਨੂੰ ਸੁਪਰੀਮ ਕੋਰਟ ਨੇ ਅੱਖੋਂ ਪਰੋਖੇ ਕੀਤਾ। ਇਸ ਕਰਕੇ ਇਸ ਖਾਲਸਾਈ ਨਜ਼ਰੀਏ ਦੇ ਨਾਲ ਇਹ ਰੇਅਰ ਟੂ ਰੇਅਰੈਸਟ ਕੇਸ ਅਸੀਂ ਮੰਨਿਆ, ਕਿਉਂਕਿ ਜਿੱਥੇ ਸਜ਼ਾ ਬਣਦੀ ਨਹੀਂ ਸੀ ਉੱਥੇ ਸਜ਼ਾ ਸੁਣਾ ਦਿੱਤੀ ਗਈ। ਤੇ ਦੂਜੀ ਗੱਲ, ਸੁਪਰੀਮ ਕੋਰਟ ਦਾ ਜਿਹੜਾ ਬੈਂਚ ਬੈਠਾ ਸੀ, 3 ਮੈਂਬਰੀ ਬੈਂਚ, ਜਿਹੜਾ ਮੁੱਖ ਜੱਜ ਸੀ ਸ਼ਾਹ, ਉਹਨੇ ਸਾਫ਼ ਬਰੀ ਕੀਤਾ ਸੀ। ਲੇਕਿਨ ਜਿਹੜੇ ਦੂਜੇ 2 ਜੱਜ ਸਨ, ਸ੍ਰੀ ਅਗਰਵਾਲ ਤੇ ਇੱਕ ਜਿਹੜਾ ਉਪਾਧਿਆ, ਉਹ ਜਿਹੜੇ ਸੀ ਉਹਨਾਂ ਦੋਵਾਂ ਨੇ ਜਿਹੜੀ ਆ ਸਜ਼ਾਏ ਮੌਤ ਬਰਕਰਾਰ ਰੱਖੀ, ਕਿਉਂਕਿ ਕਾਨੂੰਨੀ ਨੁਕਤੇ ਅਨੁਸਾਰ ਬਹੁਮਤ ਦਾ ਫੈਸਲਾ ਜਿਹੜਾ ਉਹ ਮੰਨਿਆ ਜਾਂਦਾ। ਇਸ ਕਰਕੇ ਜਿਹੜਾ ਮੁੱਖ ਜੱਜ ਸੀ ਉਸ ਬੈਂਚ ਦਾ, ਉਹਨੇ ਸਾਫ਼ ਬਰੀ ਕੀਤਾ ਸੀ। ਇਹ ਇੱਕ ਤੇ ਹੁੰਦਾ ਨਾ ਕਿ ਉਹਦੀ ਸਜ਼ਾਏ ਮੌਤ ਨੂੰ ਉਮਰ ਕੈਦ ਵਿੱਚ ਬਦਲਦਾ। ਇਹ ਅੱਗੇ ਰੇਅਰ ਟੂ ਰੇਅਰੈਸਟ ਕੇਸ ਕਿਉਂ ਆ? ਕਿਉਂਕਿ ਰਾਸ਼ਟਰਪਤੀ ਨੇ ਵੀ ਇਹ ਕਨਫਰਮ ਕਰ ਦਿੱਤੀ ਇਹ ਸਜ਼ਾ, ਜਦੋਂ ਕਿ ਰਾਸ਼ਟਰਪਤੀ ਦੇ ਸਾਹਮਣੇ ਜਿਹੜੀ ਲਾਈ ਜਾਂਦੀ ਆ ਰਿਟ ਪਟੀਸ਼ਨ, ਉਹ ਬੇਸ਼ੱਕ ਉਹਨੂੰ ਸੰਵਿਧਾਨਕ ਤੌਰ ਦੇ ਉੱਤੇ ਰਹਿਮ ਦੀ ਅਪੀਲ ਦਾ ਦਰਜਾ ਦਿੱਤਾ ਗਿਆ, ਲੇਕਿਨ ਉਹਦਾ ਅਰਥ ਕੀ ਹੁੰਦਾ ਕਿ ਤੁਹਾਡੀ ਨਿਆਂਪਾਲਿਕਾ ਨੇ ਗਲਤ ਫੈਸਲਾ ਦਿੱਤਾ ਵਾ, ਇਸ ਫੈਸਲੇ ਨੂੰ ਠੀਕ ਕਰੋ। ਤੇ ਉਹਨੂੰ ਵੇਖਣਾ ਚਾਹੀਦਾ ਸੀ। ਉਹਦੇ ਵਿੱਚ ਉਹਨੂੰ 5 ਨੁਕਤੇ ਵਿਚਾਰਨੇ ਚਾਹੀਦੇ ਸੀ। ਇੱਕ ਕੀ ਇਹਦੇ ਵਿਰੁੱਧ ਜਿੰਨੇ ਗਵਾਹ ਸੀ, ਪਬਲਿਕ ਵਿਟਨੈਸ ਜਾਂ ਹੋਰ ਜਿੰਨੇ ਵੀ ਗਵਾਹ ਸੀ, ਉਹਨਾਂ ਵਿੱਚੋਂ ਕਿਸੇ ਗਵਾਹ ਨੇ ਕੋਈ ਗਵਾਹੀ ਦਿੱਤੀ ਆ? ਦੂਜਾ, ਉਹ ਵੇਖਣਾ ਚਾਹੀਦਾ ਹੈ ਕਿ ਇਹਦੀ ਜਿਹੜੀ ਕਨਫੈਸ਼ਨ ਸਟੇਟਮੈਂਟ ਆ ਉਹ ਠੀਕ ਆ
ਜਾਂ ਗਲਤ ਆ। ਤੀਜਾ ਨੁਕਤਾ ਇਹ ਵੇਖਣਾ ਚਾਹੀਦਾ ਸੀ ਕਿ ਉਸ ਕਨਫੈਸ਼ਨ ਸਟੇਟਮੈਂਟ ਦੇ ਵਿੱਚ ਜਿਹੜੇ ਦੋ ਅਕਿਊਜ਼ਡ ਹਰਨੇਕ ਸਿੰਘ ਭੱਪ ਤੇ ਭਾਈ ਦਇਆ ਸਿੰਘ ਲਾਹੌਰੀਆ ਜਿਹੜੇ ਸਨ, ਉਹਨਾਂ ਬਾਰੇ ਕੀ ਕੋਰਟ ਨੇ ਫੈਸਲਾ ਕੀਤਾ ਜਦੋਂ ਕਿ ਉਹ ਸਾਫ਼ ਬਰੀ ਕੀਤੇ ਆ, ਉਹਨਾਂ ਨੂੰ ਸਜ਼ਾ ਨਹੀਂ ਹੋਈ। ਤੇ ਸਿਰਫ ਸਜ਼ਾ ਕਿਸ ਨੁਕਤੇ ਤੇ ਸੁਣਾਈ ਗਈ ਸੀ ਕਿ ਇਹ ਇੱਕ ਸਾਜ਼ਿਸ਼ ਘੜਤਾ ਵਾ, ਇਹਨੇ ਸਾਜ਼ਿਸ਼ ਘੜੀ ਆ। ਉਹ ਸਾਬਤ ਹੀ ਨਹੀਂ ਕਰ ਸਕੇ ਕਿ ਇਹ ਸਿੱਧਾ ਵਿੱਚ ਉਹ ਬਲਾਸਟ ਦੇ ਵਿੱਚ ਇਨਵਾਲਵ ਸੀ, ਜਿਹਦੇ ਵਿੱਚ ਬਿੱਟਾ ਜ਼ਖਮੀ ਹੋਇਆ ਤੇ ਕੁਝ ਬੰਦਿਆਂ ਦੀਆਂ ਮੌਤਾਂ ਵੀ ਹੋਈਆਂ। ਇਹ ਨੁਕਤੇ ਫਿਰ ਅਗਲਾ ਉਹਨੂੰ ਕੀ ਵੇਖਣਾ ਚਾਹੀਦਾ ਸੀ ਕਿ ਇਹਦੇ ਵਿੱਚ ਡਿਲੇ ਕਿੰਨਾ ਹੋ ਗਿਆ। ਪੰਜਵਾਂ ਨੁਕਤਾ ਇਹ ਵੇਖਣਾ ਚਾਹੀਦਾ ਸੀ ਕਿ ਮੈਡੀਕਲ ਰਿਪੋਰਟ ਕੀ ਆ। ਉਹਨੇ ਸਾਰੀਆਂ ਰਿਪੋਰਟਾਂ ਨੂੰ ਅੱਖੋਂ ਪਰੋਖੇ ਕਰਕੇ, ਸਾਰੇ ਨੁਕਤਿਆਂ ਨੂੰ ਅੱਖੋਂ ਪਰੋਖੇ ਕਰਕੇ ਸਜ਼ਾਏ ਮੌਤ ਕਨਫਰਮ ਕਰ ਦਿੱਤੀ। ਕਿਉਂ ਕਨਫਰਮ ਕੀਤੀ? ਕਿਉਂਕਿ ਜਿਹੜੀ ਸੈਂਟਰ ਸਰਕਾਰ ਸੀ ਉਹਦਾ ਜਿਹੜਾ ਕਾਨੂੰਨੀ ਤੇ ਗ੍ਰਹਿ ਮੰਤਰਾਲਾ ਸੀ, ਉਹਨੇ ਇਹ ਸਿਫਾਰਿਸ਼ ਕਰਕੇ ਭੇਜ ਦਿੱਤੀ ਗਵਰਨਰ ਨੂੰ, ਪ੍ਰੈਜ਼ੀਡੈਂਟ ਨੂੰ, ਤੇ ਪ੍ਰੈਜ਼ੀਡੈਂਟ ਨੇ ਉਹ ਸਜ਼ਾਏ ਮੌਤ ਜਿਹੜੀ ਆ ਉਹ ਕਨਫਰਮ ਰੱਖੀ। ਉਸ ਤੋਂ ਬਾਅਦ ਕੀ ਹੋਇਆ ਕਿ ਕਈ ਰਿਟਾਂ ਲੱਗੀਆਂ। ਰਿਟਾਂ ਲੱਗਣ ਤੋਂ ਬਾਅਦ ਅਖੀਰ ਜਿਹੜੀ ਆਖਰੀ ਰਿਟ ਸੀ ਉਹਦੇ ਵਿੱਚ ਮੈਡੀਕਲ ਰਿਪੋਰਟ ਨੂੰ ਮੁੱਖ ਰੱਖ ਕੇ ਤੇ ਡਿਲੇ ਨੂੰ ਮੁੱਖ ਰੱਖ ਕੇ ਜਿਹੜੀ ਆ ਸਜ਼ਾਏ ਮੌਤ ਖਤਮ ਕੀਤੀ ਗਈ, ਉਮਰ ਕੈਦ ਦੇ ਵਿੱਚ ਬਦਲੀ ਗਈ। ਹੁਣ ਅੱਗੇ ਰੇਅਰ ਟੂ ਰੇਅਰੈਸਟ ਕੇਸ ਦਾ ਅਗਲਾ ਨੁਕਤਾ ਕੀ ਆ? ਖਾਲਸਾਈ ਨਜ਼ਰੀਏ ਦੇ ਨਾਲ, ਨਾ ਕਿ ਕੇਂਦਰ ਸਰਕਾਰ ਦੇ ਜਾਂ ਸੰਵਿਧਾਨ ਦੇ ਨਜ਼ਰੀਏ ਦੇ ਨਾਲ। ਉਹ ਇਹ ਆ ਕਿ ਇੰਨਾ ਡਿਲੇ ਹੋਣ ਦੇ ਬਾਵਜੂਦ ਵੀ ਉਹਨੂੰ ਰਿਹਾ ਨਹੀਂ ਕੀਤਾ ਗਿਆ। ਤੇ ਇਸ ਕਰਕੇ ਇਹਨਾਂ ਸਾਰਿਆਂ ਨੁਕਤਿਆਂ ਨੂੰ ਮੁੱਖ ਰੱਖ ਕੇ ਹੁਣ ਜਦੋਂ ਕਿ ਕੋਈ ਕਾਨੂੰਨੀ ਜਾਂ ਜਦੋਂ 9 ਦਸੰਬਰ 2021 ਨੂੰ ਸੁਪਰੀਮ ਕੋਰਟ ਨੇ ਬਿੱਟੇ ਦੀ ਜਿਹੜਾ ਮੁਦਈ ਸੀ ਇਸ ਕੇਸ ਦਾ, ਉਹਦੀ ਰਿਟ ਖਾਰਜ ਕਰ ਦਿੱਤੀ ਆ ਤੇ ਕੋਈ ਕਾਨੂੰਨੀ ਅੜਚਣ ਰਹੀ ਨਹੀਂ। ਫਿਰ ਇਹ ਦੋਵੇਂ ਸਰਕਾਰਾਂ ਸਪਸ਼ਟ ਕਰਨ ਕਿ ਉਹ ਆਰਟੀਕਲ 72 ਦੀ ਵਰਤੋਂ ਕਿਉਂ ਨਹੀਂ ਕਰ ਰਹੇ ਤੇ ਉਹ ਆਰਟੀਕਲ 161 ਦੀ ਵਰਤੋਂ ਕਿਉਂ ਨਹੀਂ ਕਰ ਰਹੇ। ਹੁਣ ਇਹ ਜਿਹੜਾ ਜਿਹੜੀ ਇੱਕ ਰਿਵਿਊ ਕਮੇਟੀ ਬਹਿੰਦੀ ਆ, ਜਿਹੜੀ 6 ਮਹੀਨੇ ਬਾਅਦ ਬਹਿੰਦੀ ਆ, ਉਹਨੇ ਫੈਸਲਾ ਕਰਨਾ ਹੁੰਦਾ। ਇੱਕ ਵਾਰੀ ਜੇ ਕਿਸੇ ਦਾ ਨਕਸ਼ਾ ਜਿਹੜਾ ਵਾ ਉਹ ਰਿਜੈਕਟ ਕਰ ਦਿੱਤਾ ਜਾਏ ਤੇ ਉਹਨਾਂ ਨੇ ਫਿਰ ਅਗਲੇ 6 ਮਹੀਨੇ ਬਾਅਦ ਫਿਰ ਉਸ ਕੇਸ ਨੂੰ ਵਿਚਾਰਨਾ ਹੁੰਦਾ ਵਾ। ਪਰ ਇੱਥੇ ਇੱਕ ਜਿਹੜਾ ਰੇਅਰ ਟੂ ਰੇਅਰੈਸਟ ਕੇਸ ਵਾਲੀ ਜਿਹੜੀ ਗੱਲ ਉਹ ਇਹ ਆ ਖਾਲਸੇ ਨਜ਼ਰੀਏ ਦੇ ਨਾਲ ਕਿ ਜਦੋਂ ਸੁਪਰੀਮ ਕੋਰਟ ਨੇ ਸਟੇਟਸ ਕੋ ਕੀਤਾ ਸੀ ਬਿੱਟੇ ਦੀ ਰਿਟ ਤੇ, ਜਿਹਦੇ ਵਿੱਚ ਇੱਕ ਅੜਚਨ ਬਣ ਗਿਆ ਆ ਜਿਹੜਾ COVID-19 ਆ, 2 ਸਾਲ ਸੁਣਵਾਈ ਨਹੀਂ ਹੋਈ ਤੇ ਉਹ ਕੇਸ ਇੰਨਾ ਡਿਲੇ ਹੋ ਗਿਆ। ਪਰ 3 ਵਾਰ ਜਿਹੜਾ ਕੇਜਰੀ ਸਰਕਾਰ ਆ ਉਹਨੇ ਕਿਉਂ ਉਹ ਨਕਸ਼ਾ ਜਿਹੜਾ ਵਾ, ਜਦੋਂ ਕਿ ਉਹਦਾ ਅਧਿਕਾਰ ਖੇਤਰ ਹੀ ਨਹੀਂ ਉਹਨੂੰ ਵਿਚਾਰਨਾ, ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਸੀ, ਤੇ ਉਹਨੇ ਕਿਉਂ ਉਹਨੂੰ ਨਕਸ਼ੇ ਨੂੰ 3 ਵਾਰ ਰਿਜੈਕਟ ਕੀਤਾ। ਤੇ ਅਗਲਾ ਗੱਲ ਕਿ ਰਿਜੈਕਟ ਕਰਨ ਤੋਂ ਬਾਅਦ ਜੇਲ੍ਹ ਨੂੰ, ਜਿਸ ਜੇਲ੍ਹ ਦੇ ਵਿੱਚ ਬੰਦੀ ਬੰਦ ਹੁੰਦਾ ਵਾ, ਇਨਫੋਰਮੇਸ਼ਨ ਦੇਣੀ ਹੁੰਦੀ ਆ ਤੇ ਨਾਲ ਹੀ ਬੰਦੀ ਨੂੰ ਵੀ ਇਨਫੋਰਮੇਸ਼ਨ ਦੇਣੀ ਹੁੰਦੀ ਆ, ਨਾ ਉਹਨੂੰ ਇਨਫੋਰਮੇਸ਼ਨ ਹੀ ਦਿੱਤੀ ਆ। ਹੁਣ ਫਾਈਲ ਕਿੱਥੇ ਆ? ਉਹ ਕੇਜਰੀਵਾਲ ਦੇ, ਕੋਈ ਕਹਿੰਦਾ ਕੇਜਰੀਵਾਲ ਦੇ ਘਰ ਪਈ ਆ। ਚਾਹੇ ਆ ਜਿਹੜਾ ਕੇਜਰੀਵਾਲ ਨੇ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਵਾ, ਉਹਨੇ ਇੱਕ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਦੱਸਿਆ ਸੀ ਕਿ ਉਹ ਜਿਹੜਾ ਵਾ ਲੈਫਟੀਨੈਂਟ ਗਵਰਨਰ ਦੇ ਪਾਸ ਪਹੁੰਚ ਚੁੱਕੀ ਆ। ਉਹ ਕਿੱਥੇ ਆ? ਜਦੋਂ ਹੋਰ ਸੋਸ਼ਲ ਮੀਡੀਆ ਦੇ ਉੱਤੇ ਛੋਟੇ ਤੋਂ ਛੋਟੇ ਸਵਾਲ ਦਾ ਵੀ ਇਹ ਕੇਜਰੀਵਾਲ ਦੀ ਪਾਰਟੀ, ਆਮ ਆਦਮੀ ਪਾਰਟੀ ਜਾਂ ਉਹਦੀ ਸਰਕਾਰ ਜਵਾਬ ਦਿੰਦੀ ਆ, ਤੇ ਇਹ ਏਡੇ ਵੱਡੇ ਕੇਸ ਦਾ ਜਵਾਬ ਕਿਉਂ ਨਹੀਂ ਦੇ ਰਹੀ? ਸਾਨੂੰ ਦੱਸੇ। ਜੇ ਨਹੀਂ ਦੱਸਦੇ ਤੇ ਫਿਰ 26 ਜਨਵਰੀ ਤੋਂ ਬਾਅਦ ਅਸੀਂ ਸਾਰੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਘਿਰਾਓ ਕਰਾਂਗੇ, ਉਹਨਾਂ ਦੇ ਉੱਥੇ ਪ੍ਰਦਰਸ਼ਨ ਕਰਾਂਗੇ, ਤੇ ਨਾਲ ਹੀ ਅਸੀਂ ਕੇਂਦਰ ਸਰਕਾਰ ਨੂੰ ਵੀ ਪੁੱਛਣਾ ਚਾਹੁੰਦੇ ਹਾਂ, ਭਾਜਪਾ ਦਾ ਵੀ ਅਸੀਂ ਇਸੇ ਤਰ੍ਹਾਂ ਹੀ ਕਰਾਂਗੇ ਜੇ ਉਹਨਾਂ ਵੀ ਨਾ ਕੀਤਾ। ਇਹ 161 ਦੇ ਤਹਿਤ ਇਹਦੇ ਕੋਲ ਅਧਿਕਾਰ ਖੇਤਰ ਆ, ਇਹ ਤੁਰੰਤ ਰਿਹਾਈ ਦਾ ਐਲਾਨ ਕਰੇ, ਤੇ ਜੇ ਇਹ ਨਹੀਂ ਕਰਦਾ ਤੇ ਇਹਨੂੰ ਬਾਈਪਾਸ ਕਰਕੇ ਜਿਹੜਾ ਕੇਜਰੀਵਾਲ ਸਰਕਾਰ ਆ ਉਹ ਵੀ ਕਰ ਸਕਦੀ ਆ। ਹੁਣ ਦੁਨੀਆ ਦੀਆਂ ਨਜ਼ਰਾਂ ਦੇ ਵਿੱਚ, ਇਤਿਹਾਸ ਦੇ ਕਟਹਿਰੇ ਦੇ ਵਿੱਚ ਸਰਕਾਰ ਦੇ ਤਿੰਨੇ ਹੀ ਅੰਗ ਜਿਹੜੇ ਆ ਉਹ ਕਟਹਿਰੇ 'ਚ ਖੜੇ ਨੇ। ਵਿਧਾਨ ਪਾਲਿਕਾ ਵੀ, ਕਿਉਂਕਿ ਉਹਨੇ
ਟਾਡਾ ਕਾਲਾ ਕਾਨੂੰਨ ਬਣਾ ਕੇ ਉਹਦੇ ਵਿੱਚ ਨਿਸ਼ਾਨਾ ਕਿਹਨੂੰ ਬਣਾਇਆ? ਸਿੱਖਾਂ ਨੂੰ। ਕਿਉਂਕਿ ਉਹਦੇ ਵਿੱਚ ਉਸ ਐਕਟ ਦੇ ਵਿੱਚ ਇਹ ਦਰਜ ਸੀ ਕਿ ਕਿਸੇ ਦੀ ਕਨਫੈਸ਼ਨ ਸਟੇਟਮੈਂਟ ਵੀ ਉਹਨੂੰ ਸਜ਼ਾ ਲਈ ਕਾਫੀ ਆ। ਤੇ ਪਰ ਇਹ ਵੇਖਣਾ ਚਾਹੀਦਾ ਸੀ ਕਿ ਉਹ ਕਨਫੈਸ਼ਨ ਸਟੇਟਮੈਂਟ ਜਿਹੜੀ ਆ ਉਹ ਸਹੀ ਆ ਜਾਂ ਫੇਕ ਆ। ਮੈਂ ਇੱਥੇ ਦਾਅਵੇ ਨਾਲ ਕਹਿੰਦਾ ਕਿ ਮੇਰੇ ਕੋਲ ਵੱਡੇ ਤੋਂ ਵੱਡਾ ਕੋਈ ਵੀ ਪੁਲਿਸ ਅਫਸਰ ਜਿਹੜਾ ਵੱਡਾ ਕਰੂਅਲ ਤੋਂ ਕਰੂਅਲ ਆ, ਉਹ ਮੈਨੂੰ ਅੱਧਾ ਘੰਟਾ ਦੇ ਦਿਓ। ਜਿਹੋ ਜੀ ਕਨਫੈਸ਼ਨ ਸਟੇਟਮੈਂਟ ਮੈਂ ਚਾਹਾਂਗਾ, ਮੈਂ ਉਹਦੇ ਕੋਲੋਂ ਉਹੋ ਜੀ ਦੇ ਉੱਤੇ ਉਹਦੇ ਸਾਈਨ ਕਰਾਵਾਂਗਾ, ਉਹਦਾ ਅੰਗੂਠਾ ਵੀ ਨਹੀਂ ਲਵਾਵਾਂਗਾ। ਕੇਂਦਰ ਸਪਸ਼ਟ ਕਰ ਚੁੱਕੀ ਹੈ ਕਿ ਦਵਿੰਦਰਪਾਲ ਸਿੰਘ ਦੀ ਰਿਹਾਈ ਹੋ ਜਾਣੀ ਚਾਹੀਦੀ ਆ। ਸੁਪਰੀਮ ਕੋਰਟ ਮੁਨਾਸਿਬ ਨਹੀਂ ਸਮਝਿਆ, ਸਾਰਾ ਕੁਝ ਖਤਮ ਹੋ ਗਿਆ ਕਿਉਂਕਿ ਬੇਟਾ ਇੱਕ ਮੰਗ ਕਰ ਰਿਹਾ ਸੀ, ਉਹ ਵੀ ਮੰਗ ਖਤਮ ਹੋ ਗਈ। ਕੇਜਰੀਵਾਲ ਸਪਸ਼ਟ ਨਹੀਂ ਕਰਨ ਦਿਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਕਰਨੀ ਹੈ ਕਿ ਨਹੀਂ ਕਰਨੀ। ਭਗਵੰਤ ਮਾਨ ਨੂੰ ਨੇ ਪੰਜਾਬ ਦਾ ਚਿਹਰਾ ਐਲਾਨ ਦਿੱਤਾ, ਪੰਜਾਬੀ ਸਿੱਖਾਂ ਦੀ ਆਵਾਜ਼ ਭਗਵੰਤ ਮਾਨ ਨੂੰ ਸਪਸ਼ਟ ਨਹੀਂ ਕਰਨੀ ਚਾਹੀਦੀ, ਮੰਗ ਨਹੀਂ ਰੱਖਣੀ ਚਾਹੀਦੀ ਕਿ ਜਿਹੜੇ ਬੰਦੀ ਸਿੰਘ ਨੇ ਸਾਡੇ, ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਰਿਹਾਈ ਕਰਨ। ਬਿਲਕੁਲ ਉਹਨੂੰ ਹੀ ਨਹੀਂ ਕਰਨੀ ਚਾਹੀਦੀ, ਉਹਦੇ ਜਿੰਨੇ ਕੈਂਡੀਡੇਟ ਆ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ, ਉਹਦੇ ਜਿੰਨੇ ਐਮਐਲਏ ਆ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ, ਤੇ ਨਾਲ ਇਨਸਾਨੀਅਤ ਹੱਕਾਂ ਦੇ ਜਿਹੜੇ ਲੰਬਰਦਾਰ ਨੇ ਉਹਨਾਂ ਨੂੰ ਵੀ ਕਰਨੀ ਚਾਹੀਦੀ ਆ। ਤੇ ਨਾਲ ਹੀ ਜਿਹੜੀਆਂ ਪੰਥ ਨੂੰ ਸਮਰਪਿਤ ਪਾਰਟੀਆਂ ਜਾਂ ਮਨੁੱਖੀ ਦਰਦ ਰੱਖਣ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ, ਉਹਨਾਂ ਨੂੰ ਵੀ ਇਹ ਮੰਗ ਕਰਨੀ ਚਾਹੀਦੀ ਹੈ। ਜਦੋਂ ਕੋਈ ਕਾਨੂੰਨੀ ਅੜਚਣ ਹੀ ਨਹੀਂ ਤੇ ਫਿਰ ਡਿਲੇ ਕਿਉਂ? ਪਰ 6 ਦਿਨ ਦਾ ਸਮਾਂ, ਅੱਜ 20 ਤਰੀਕ ਹੋ ਗਈ ਆ, ਤੁਸੀਂ ਕਹਿੰਦੇ 26 ਤਰੀਕ ਤੱਕ ਜੇਕਰ ਰਿਹਾਈ ਨਾ ਹੋਈ ਤੇ ਆਪਾਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਣਗੇ? ਆਮ ਆਦਮੀ ਅਸੀਂ ਹਰ ਜਿਹੜਾ ਉਹਦਾ ਕੈਂਡੀਡੇਟ ਆ ਉਹਦਾ ਘਰਾਓ ਕਰਾਂਗੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕੋ ਦਿਨ ਅਸੀਂ ਪਹਿਲਾਂ ਸ਼ੁਰੂ ਕਰਾਂਗੇ ਤੇ ਉਹਨਾਂ ਚਿਰ ਕਰਦੇ ਰਹਾਂਗੇ ਜਿੰਨਾ ਚਿਰ ਇਹ ਜਿਹੜਾ ਉਹ ਰਿਹਾਈ ਦਾ ਐਲਾਨ ਨਹੀਂ ਹੋ ਜਾਂਦਾ। ਅਕਾਲੀ ਦਲ ਦਾ ਕਰੋਗੇ, ਕਾਂਗਰਸ ਦਾ ਕਰੋਗੇ, ਕਿਹਦਾ? ਅਸੀਂ ਕਿਉਂਕਿ ਹੁਣ ਆਮ ਆਦਮੀ ਪਾਰਟੀ ਆ ਜਿਹੜੀ ਇਹ ਉਹਦੇ ਕੋਲ ਫਾਈਲ ਆ, ਤੇ ਨਾਲ ਹੀ ਅਸੀਂ ਅੱਗੇ ਇਹ ਵੀ ਕਹਿ ਦਿੱਤਾ ਕਿ ਜੇ ਆਮ ਆਦਮੀ ਪਾਰਟੀ ਇਹ ਫੈਸਲਾ ਨਹੀਂ ਕਰਦੀ, ਤੁਰੰਤ ਰਿਹਾਈ ਨਹੀਂ ਕਰਦੀ, ਜੋ ਉਹਦੇ ਅਧਿਕਾਰ ਖੇਤਰ ਆ, ਤੇ ਕੇਂਦਰ ਸਰਕਾਰ ਜਿਹੜੀ ਆ ਉਹਨੂੰ ਬਾਈਪਾਸ ਕਰਕੇ ਆਰਟੀਕਲ 72 ਦੇ ਤਹਿਤ ਖੁਦ ਵੀ ਫੈਸਲਾ ਕਰ ਸਕਦੀ ਆ। ਤੇ ਭਾਜਪਾ ਦਾ ਵੀ ਬਿਲਕੁਲ। ਜੇ ਪਹਿਲਾਂ ਇਹਨੂੰ ਕੇਜਰੀਵਾਲ ਦੇ ਵਿਰੁੱਧ, ਕੇਜਰੀਵਾਲ ਦੀ ਪਾਰਟੀ ਦੇ ਵਿਰੁੱਧ, ਤੇ ਜੇ ਉਸ ਤੋਂ ਬਾਅਦ ਅਗਲਾ ਐਕਸ਼ਨ ਜਿਹੜਾ ਭਾਜਪਾ ਦੇ ਕੈਂਡੀਡੇਟਾਂ ਦਾ ਵੀ। ਕੇਜਰੀਵਾਲ ਦੇ ਜਿਹੜੇ ਕੈਂਡੀਡੇਟ ਨੇ ਉਹ ਆਪਣੀ ਆਵਾਜ਼ ਚੁੱਕਣੀ ਸ਼ੁਰੂ ਕਰ ਦਿੰਦੇ ਨੇ ਕਿ ਉਹਨਾਂ ਦਾ ਫਿਰ ਬਾਈਕਾਟ ਕਰਨਾ। ਸਾਨੂੰ ਆਵਾਜ਼ ਚੁੱਕਣ ਨਾਲ ਨਹੀਂ, ਸਾਨੂੰ ਤੇ ਯਾਰ ਰਿਹਾਈ ਦੇ ਨਾਲ, ਕਿ ਜਦੋਂ ਕੋਈ ਕਾਨੂੰਨੀ ਅੜਚਣ ਹੀ ਨਹੀਂ, ਸਾਨੂੰ ਸਪਸ਼ਟ ਕਰਨ ਕਿ ਇੱਕ ਗੱਲ ਇਹ ਸਪਸ਼ਟ ਕਰਨ ਕਿ ਫਾਈਲ ਕਿੱਥੇ ਆ। ਬੇਸ਼ੱਕ ਇਹਨੇ ਕਹਿ ਦਿੱਤਾ ਕਿ ਉਹ ਜਿਹੜਾ ਲੈਫਟੀਨੈਂਟ ਗਵਰਨਰ ਦੇ ਕੋਲ ਇੱਕ ਪੱਤਰਕਾਰ ਦੇ, ਪਰ ਸਾਡੇ ਕੋਲ ਅਧਿਕਾਰਕ ਤੌਰ ਦੇ ਉੱਤੇ ਕੋਈ ਨਹੀਂ। ਉਹਨਾਂ ਕਿਹਾ, ਈਮੇਲ ਵੀ ਕੀਤੀ, ਜਿਹੜਾ ਐਡਵੋਕੇਟ ਸਾਡਾ ਜਸਪਾਲ ਸਿੰਘ ਮੰਝਪੁਰ ਆ, ਉਹਨੇ ਈਮੇਲ ਵੀ ਕੀਤੀ ਆ। ਉਹਦਾ ਈਮੇਲ ਦਾ ਵੀ ਇੱਕ ਵਾਰੀ ਆਇਆ ਜੀ, ਉਹ ਪ੍ਰਕਿਰਿਆ ਦੇ ਅਧੀਨ ਆ, ਲੇਕਿਨ ਉਸ ਤੋਂ ਬਾਅਦ ਤੇ ਉਹਨੂੰ ਵੀ ਨਹੀਂ ਦੱਸਿਆ, ਜਦੋਂ ਕਿ ਨਾਲ ਉਹਦੇ ਵਿੱਚ ਈਮੇਲ ਦੇ ਜਵਾਬ ਵਿੱਚ ਦੱਸਿਆ ਸੀ ਕਿ ਤੁਹਾਨੂੰ ਅੱਗੇ ਸੂਚਿਤ ਕੀਤਾ ਜਾਏਗਾ, ਤੇ 1 ਮਹੀਨੇ ਤੋਂ ਵੱਧ ਉੱਤੇ ਹੋ ਗਿਆ, ਉਹਨੂੰ ਵੀ ਨਹੀਂ ਸੂਚਿਤ ਕੀਤਾ। ਕੇਜਰੀਵਾਲ ਦੇ ਹਾਕਰੇ ਜਾਂ ਅੜਚਣ ਦੱਸੇ? ਹਾਂ ਬਿਲਕੁਲ। ਅੜਚਣ ਜਦੋਂ ਕੋਈ ਹੈ ਹੀ ਨਹੀਂ, ਅਸੀਂ ਤੇ ਕਿਹਾ ਕਿ ਅੜਚਣ ਕੀ ਆ? ਅੜਚਣ ਹੈ ਇੱਕ ਦੇਸ਼ ਭਗਤੀ ਦਾ ਜਨੂਨ, ਕਿ ਦੇਸ਼ ਦੀ ਪ੍ਰੋਫੈਸਰ ਭੁੱਲਰ ਜਿਹੜੇ ਨੇ ਉਹ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਲਈ ਖਤਰਾ ਨੇ। ਜੇ ਬਾਹਰ ਆ ਗਏ ਤੇ ਲਾ ਐਂਡ ਆਰਡਰ ਨੂੰ ਖਤਰਾ ਵਾ, ਜਦੋਂ ਕਿ ਉਹ ਪੈਰੋਲ ਦੇ ਉੱਤੇ ਰਿਹਾ ਹੋ ਰਹੇ ਆ, ਹਸਪੀਟਲ ਐਡਮਿਟ ਆ, ਮੈਡੀਕਲ ਰਿਪੋਰਟ ਆ 2000 ਤੇ ਮੇਰਾ ਖਿਆਲ ਆ 10 ਤੋਂ ਉਹ ਮੈਡੀਕਲ ਟ੍ਰੀਟਮੈਂਟ ਦੇ ਅੰਡਰ ਆ, ਉਹ ਜੇਲ੍ਹ ਵਿੱਚ ਹੈ ਹੀ ਨਹੀਂ, ਜੇਲ੍ਹ ਤੋਂ ਬਾਹਰ ਨੇ, ਕਾਹਦਾ ਖਤਰਾ? ਫਿਰ ਉਹ ਸਪਸ਼ਟ ਕਰਨ ਭਈ ਇਹ ਕੀ ਹੈ, ਦੇਸ਼ ਭਗਤੀ ਦੇ ਜਨੂਨ ਦੇ ਤਹਿਤ ਨਹੀਂ ਕੀਤੀ ਜਾ ਰਹੀ, ਜਾਂ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਨਾਰਾਜ਼ ਕਰਨ ਦੇ ਭਈ ਨਾਰਾਜ਼ ਹੋ ਜਾਣਗੇ ਸਾਡੇ ਜਿਹੜੇ ਵੋਟਰ ਨੇ ਵੀ ਇਹਨੂੰ ਰਿਹਾ ਕਰ ਦਿੱਤਾ। ਇਹ ਸਾਨੂੰ ਸਪਸ਼ਟ ਕਰੇ ਫਾਈਲ ਕਿੱਥੇ ਆ, ਉਹ ਸਪਸ਼ਟ ਕਰੇ। ਕੋਈ ਕਹਿੰਦਾ ਜੀ ਕੇਜਰੀਵਾਲ ਦੇ ਘਰ ਪਈ ਆ, ਕੋਈ ਕਹਿੰਦਾ ਜੀ ਲੈਫਟੀਨੈਂਟ ਗਵਰਨਰ ਦੇ ਪਾਸ ਪਹੁੰਚ ਚੁੱਕੀ ਆ। ਇਹ 1 ਮਿੰਟ ਦਾ ਕੰਮ ਆ ਸਾਈਨ ਕਰਨਾ। ਸਿਰਫ ਕੈਂਡੀਡੇਟਾਂ ਦਾ 26 ਤਰੀਕ ਤੱਕ ਜਵਾਬ ਨਹੀਂ ਦਿੰਦੇ, ਹਾਂ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਕੀ ਕੀਤਾ ਜਾਏਗਾ? ਉਹਨਾਂ ਦਾ ਘਰਾਓ। ਨਹੀਂ ਘਰਾਓ ਤੋਂ ਬਾਵਜੂਦ ਵੀ ਕੋਈ ਜਵਾਬ ਨਹੀਂ ਮਿਲਦਾ, ਫਿਰ ਜਵਾਬ ਨਹੀਂ ਮਿਲਦਾ ਤੇ ਉਸ ਤੋਂ ਬਾਅਦ ਅਗਲਾ ਐਕਸ਼ਨ ਲਿਖਿਆ ਜਾਏਗਾ। ਬਿਊਰੋ ਰਿਪੋਰਟ, ਸਫਰ ਟੀਵੀ।